ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਪ੍ਰਾਈਮ ਮੁੱਦੇ ਤੇ। ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ, ਵੱਡਾ ਕਦਮ ਚੁੱਕਣ ਜਾ ਰਹੇ ਨੇ। ਕੀ ਉਹ ਐਲਾਨ ਹੈ ਤੇ ਕੀ ਵੱਡਾ ਕਦਮ ਚੁੱਕਣ ਜਾ ਰਹੇ ਨੇ, ਇਹ ਵੀ ਤੁਹਾਨੂੰ ਦੱਸਾਂਗੇ। ਪਰ ਇਸ ਐਲਾਨ ਦੇ ਨਾਲ ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਥਰਮਾਮੀਟਰ ਲਾ ਕੇ ਚੈੱਕ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਿਸਾਨੀ ਪਾਰਾ ਕਿੰਨਾ ਕੁ ਤਾਂ ਚੜਿਆ ਹੋਇਆ, ਜਾਂ ਫਿਰ ਨਵਜੋਤ ਸਿੰਘ ਸਿੱਧੂ ਇਹ ਚੈੱਕ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੇ ਕਿੰਨੇ ਕੁ ਲੋਕ ਜਿਹੜੇ ਉਹਨਾਂ ਨਾਲ ਖੜਦੇ ਨੇ, ਜਾਂ ਫਿਰ ਪੰਜਾਬ ਦੀ ਕਾਂਗਰਸ ਦੇ ਅੰਦਰ ਜਿਹੜੇ ਵੱਡੇ ਲੀਡਰ ਜਾਂ ਮੰਤਰੀ ਜਾਂ ਫਿਰ ਐਮਐਲਏ ਆਪਾਂ ਕਹਿ ਸਕਦੇ ਹਾਂ, ਉਹ ਉਹਨਾਂ ਦੇ ਨਾਲ ਕਿੰਨਾ ਕੁ ਸਾਥ ਦੇਣ ਦੇ ਨਾਲ ਖੜਦੇ ਨੇ। ਕੀ ਇਸ ਪਿੱਛੇ ਕਾਰਨ ਹੈ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਮੌਜੂਦ ਰਹਿਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਹੈ, ਕੀ ਇਹਦੇ ਮਾਇਨੇ ਨੇ? ਸਿੱਧੂ ਵੱਲੋਂ ਜਿਹੜਾ ਐਲਾਨ ਕੀਤਾ ਗਿਆ, ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਿੱਧੂ ਅੱਜ ਕੱਲ੍ਹ ਨਵਜੋਤ ਸਿੱਧੂ ਜਿਹੜਾ ਬੜਾ ਚਰਚਾ ਦਾ ਵਿਸ਼ਾ ਹੈ, ਖਾਸ ਤੌਰ 'ਤੇ ਪੰਜਾਬ ਵਿੱਚ ਚੱਲ ਰਹੀਆਂ ਸਿਆਸੀ ਘਟਨਾਵਾਂ ਨੂੰ ਲੈ ਕੇ। ਔਰ ਉਹਨਾਂ ਸਿਆਸੀ ਘਟਨਾਵਾਂ ਦੇ ਸੰਦਰਭ 'ਚ ਹੀ ਨਵਜੋਤ ਸਿੱਧੂ ਵੱਲੋਂ ਸਮੇਂ-ਸਮੇਂ 'ਤੇ ਲੋਕ ਮੁੱਦੇ ਜਿਹੜੇ ਉਠਾਏ ਜਾਂਦੇ ਰਹੇ ਨੇ। ਔਰ ਉਹਨਾਂ ਲੋਕ ਮੁੱਦਿਆਂ ਦੇ ਵਿੱਚ ਹੀ ਇੱਕ ਮੁੱਦਾ ਲੈ ਕੇ ਜਿਹੜੀ ਉਹ ਆਰ-ਪਾਰ ਦੀ ਲੜਾਈ ਉਹਨੇ ਕੈਪਟਨ ਅਮਰਿੰਦਰ ਸਿੰਘ ਨਾਲ ਸ਼ੁਰੂ ਕੀਤੀ ਸੀ। ਔਰ ਉਹ ਲੜਾਈ ਅੱਜ ਉਸ ਮਹਾਜ 'ਤੇ ਪਹੁੰਚ ਗਈ ਆ, ਉਸ ਮੋੜ 'ਤੇ ਪਹੁੰਚ ਗਈ ਆ ਜਿੱਥੇ ਕਾਂਗਰਸ ਦੇ ਵਿੱਚ ਕੁਝ ਵੀ ਹੋ ਸਕਦਾ। ਤੇ ਅੱਜ ਨਵਜੋਤ ਸਿੱਧੂ ਨੇ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਇੱਕ ਐਲਾਨ ਕੀਤਾ ਹੈ, ਜਿਹੜਾ ਦਿੱਲੀ ਦੇ ਵਿੱਚ ਕਿਸਾਨ ਬੀਤੇ 6 ਮਹੀਨਿਆਂ ਤੋਂ ਬੈਠੇ ਨੇ। ਉਹਦੇ ਸੰਦਰਭ 'ਚ ਉਹਨਾਂ ਨੂੰ ਆਪਣਾ ਸਮਰਥਨ ਦੇਣ ਹਿੱਤ ਨਵਜੋਤ ਸਿੱਧੂ ਵੱਲੋਂ ਇੱਕ ਮਹੱਤਵਪੂਰਨ ਐਲਾਨ ਕੀਤਾ ਗਿਆ ਕਿ ਕੱਲ੍ਹ ਉਹ ਆਪਣੇ ਦੋਵਾਂ ਘਰਾਂ ਉੱਤੇ ਅੰਮ੍ਰਿਤਸਰ ਰੋਡ ਪਟਿਆਲੇ ਵਿਖੇ ਕਾਲੇ ਝੰਡੇ ਜਿਹੜੇ ਲਹਿਰਾਏਗਾ, ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ, ਕਿਸਾਨ ਯੂਨੀਅਨ ਦੇ ਸਮਰਥਨ ਦੇ ਹੱਕ ਦੇ ਵਿੱਚ। ਤੇ ਨਾਲ ਹੀ ਨਾਲ ਉਸਨੇ ਰਾਜ ਸਰਕਾਰ ਤੇ ਵੀ ਇੱਕ ਪ੍ਰਸ਼ਨ ਉਠਾਇਆ ਕਿ ਜਿੰਨਾ ਚਿਰ ਤੱਕ ਕਿ ਰਾਜ ਸਰਕਾਰ ਜਿਹੜੀ ਹੈ ਫਸਲਾਂ ਦੇ ਸੰਦਰਭ 'ਚ ਕੋਈ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਕਰਦੀ, ਉਹਨਾਂ ਚਿਰ ਤੱਕ ਉਹ ਸਰਕਾਰ ਦਾ ਵੀ ਵਿਰੋਧ ਜਿਹੜਾ ਉਹ ਕਰਦਾ ਰਹੇਗਾ। ਐਮਐਸਪੀ ਦੀ ਜਿਹੜੀਆਂ ਫਸਲਾਂ ਜਿਹੜੇ ਏਜੰਸੀ ਨਹੀਂ ਖਰੀਦੀ, ਜਿਹੜੀਆਂ ਜੀ ਐਮਐਸਪੀ ਜਿਹੜਾ ਉਹਦੇ ਸੰਬੰਧੀ ਇੱਕ ਲੰਬੇ ਸਮੇਂ ਤੋਂ ਕਿਸਾਨਾਂ ਦੀ। ਮੈਂ ਚਾਹੁੰਦਾ ਕਿ ਇੱਕ ਵਾਰੀ ਆਪਾਂ ਜੇਕਰ ਪੜ੍ਹ ਕੇ ਸੁਣਾਈ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰੋਪਰ ਲਿਖਿਆ ਕੀ ਹੈ, ਤਾਂ ਜੋ ਆਪਣੇ ਦਰਸ਼ਕਾਂ ਨੂੰ ਸਹੀ ਤਰੀਕੇ ਦੇ ਨਾਲ ਉਹੀ ਵਰਡਿੰਗ ਜਿਹੜੀ ਹੈ ਉਹ ਸਮਝ ਲੱਗ ਸਕੇ। ਅਸੀਂ ਨਵਜੋਤ ਸਿੱਧੂ ਦਾ ਜਿਹੜਾ ਟਵੀਟ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਮੈਂ ਕੱਲ ਸਵੇਰੇ 9:30 ਵਜੇ ਆਪਣੇ ਦੋਹਾਂ ਘਰਾਂ ਅੰਮ੍ਰਿਤਸਰ ਅਤੇ ਪਟਿਆਲਾ ਤੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਕਾਲਾ ਝੰਡਾ ਫਹਿਰਾਵਾਂਗਾ। ਮੇਰੀ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫਸਲਾਂ ਦੀ ਖਰੀਦ ਤੇ ਜਿਣਸਾਂ ਤੇ ਐਮਐਸਪੀ ਯਕੀਨੀ ਬਣਾਉਣ ਲਈ ਕੋਈ ਵਿਕਲਪਕ ਹੱਲ ਨਹੀਂ ਕੱਢਿਆ ਜਾਂਦਾ, ਤਦ ਤੱਕ ਅਜਿਹਾ ਹਰ ਛੱਤ ਤੇ ਕਾਲਾ ਝੰਡਾ ਲੱਗਿਆ ਹੋਵੇ। ਜੀ ਹੁਣ ਜਿਹੜਾ ਇਹ ਉਸਦਾ ਟਵੀਟ ਹੈ, ਇਸ ਤੇ ਆਪਾਂ ਦੋ ਹਿੱਸੇ 'ਚ ਬੇਸ਼ੱਕ ਉਸਨੇ ਕੀਤਾ। ਇੱਕ ਤਾਂ ਉਹ ਰਾਜ ਸਰਕਾਰ ਨੂੰ ਐਮਐਸਪੀ ਦੀ ਗੱਲ ਕਰ ਰਿਹਾ, ਔਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜਿਹੜੇ 3 ਕਾਲੇ ਕਾਨੂੰਨ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਵਿਰੋਧ ਦੇ ਵਿੱਚ ਉਹ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਨਿੱਤਰ ਕੇ ਸਾਹਮਣੇ ਆਇਆ। ਸਿੱਧੂ ਸਾਹਿਬ, ਜਦੋਂ ਇਹ ਕਿਸਾਨ ਮੋਰਚਾ ਸ਼ੁਰੂ ਹੋਇਆ ਸੀ, ਥੋੜ੍ਹਾ ਜਿਹਾ ਨਵਜੋਤ ਸਿੱਧੂ ਦੇ ਇਸ ਟਵੀਟ ਦੇ ਸੰਬੰਧ ਦੇ ਵਿੱਚ ਵਿਚਾਰ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਇਸ ਦੀ ਭੂਮਿਕਾ ਦੇ ਸੰਬੰਧੀ ਕਰਨੀ ਜ਼ਰੂਰੀ ਬਣਦੀ ਹੈ। ਅੱਜ ਤੋਂ 6 ਮਹੀਨੇ ਪਹਿਲਾਂ ਦਸੰਬਰ 'ਚ ਇਹ ਜਿਹੜਾ ਕਿਸਾਨ ਮੋਰਚਾ ਜਦੋਂ ਸ਼ੁਰੂ ਹੋਇਆ ਦਿੱਲੀ ਦੇ ਬਾਰਡਰਾਂ 'ਤੇ, ਤਾਂ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ, ਜਿਸ ਤਰ੍ਹਾਂ ਕਿਸਾਨ ਮੋਰਚਾ ਵੱਲੋਂ ਖੁਦ ਕਿਹਾ ਸੀ ਕਿ ਕੋਈ ਵੀ ਰਾਜਨੀਤਿਕ ਲੋਕ ਜਿਹੜੇ ਆ ਸਾਡੇ ਇਸ ਮੋਰਚੇ ਵਿੱਚ ਸ਼ਮੂਲੀਅਤ ਨਹੀਂ ਕਰਨਗੇ, ਤਾਂ ਉਸ ਦੇ ਅਕੋਰਡਿੰਗਲੀ ਆਪੋ ਆਪਣੀਆਂ ਪਾਰਟੀਆਂ ਨੇ ਆਪੋ ਆਪਣੇ ਪੱਧਰ 'ਤੇ ਪੰਜਾਬ ਦੇ ਵਿੱਚ ਵੀ, ਚਾਹੇ ਉਹ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ, ਉਹਨਾਂ ਨੇ ਇਹੋ ਜਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਵਿਰੋਧ ਕਰਨੇ ਸ਼ੁਰੂ ਕੀਤੇ, ਜਿਹਦੇ ਵਿੱਚ ਕਾਂਗਰਸ ਵੱਲੋਂ ਟਰੈਕਟਰ ਰੈਲੀ ਸ਼ੁਰੂ ਕੀਤੀ ਗਈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਤਿੰਨਾਂ ਪਾਸਿਆਂ ਤੋਂ ਚੰਡੀਗੜ੍ਹ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਆਮ ਆਦਮੀ ਪਾਰਟੀ ਨੇ ਵੀ ਆਪਣਾ ਜ਼ੋਰ ਜਿਹੜਾ ਲਾਇਆ। ਪਰ ਅੱਜ ਤੱਕ 6 ਮਹੀਨੇ 7 ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਬੰਦਾ ਅਜਿਹੇ ਤਰੀਕੇ ਦਾ, ਨਾ ਕੋਈ ਵੀ ਨੇਤਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ, ਚਾਹੇ ਉਹ ਕਾਂਗਰਸ ਦਾ ਹੋਵੇ ਜਾਂ ਉਹ ਆਮ ਆਦਮੀ ਪਾਰਟੀ ਦਾ ਹੋਵੇ, ਕੋਈ ਵੀ ਬੰਦਾ ਇਸ ਤਰੀਕੇ ਨਾਲ ਨਿੱਤਰ ਕੇ
ਉਹ ਸਾਹਮਣੇ ਨਹੀਂ ਆਇਆ। ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਅੱਜ ਇਹ ਐਲਾਨ ਕੀਤਾ ਕਿ ਕੱਲ ਨੂੰ ਉਹ ਕਾਲੇ ਝੰਡੇ ਲਾਵੇਗਾ। ਹੁਣ ਗੱਲ ਜਿਹੜੀ ਹੈ ਇੱਥੇ ਕਾਲੇ ਝੰਡੇ ਲਾਉਣ ਦੀ ਨਹੀਂ ਆ, ਕੇਵਲ ਕਾਲੇ ਝੰਡੇ ਲਾ ਕੇ ਵਿਰੋਧ ਪ੍ਰਦਰਸ਼ਨ ਗੱਲ ਕੇਵਲ ਉੱਥੋਂ ਤੱਕ ਸੀਮਿਤ ਨਹੀਂ ਆ। ਇਹ ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਇਸ ਨਾਲ ਉਸਨੇ ਬੜਾ ਕੁਝ ਜਾਚਣ ਦਾ ਯਤਨ ਕੀਤਾ ਕਿ ਕੀ ਕਿਤੇ ਕਿਸਾਨ ਅੰਦੋਲਨ ਠੰਡਾ ਤਾਂ ਨਹੀਂ ਪੈ ਰਿਹਾ, ਕੀ ਪੰਜਾਬ ਦੇ ਲੋਕਾਂ ਦਾ ਜਿਹੜਾ ਮੋਹ ਹੈ ਜਾਂ ਉਹਨਾਂ ਦਾ ਸਮਰਥਨ ਹੈ ਕਿ ਅੱਜ ਦੇ ਅਜੋਕੇ ਰਾਜਨੀਤਿਕ ਹਾਲਾਤਾਂ ਕਾਰਨ ਇਹ ਲੋਕ ਜਿਹੜੇ ਨੇ ਕਿਸਾਨਾਂ ਤੋਂ ਦੂਰ ਤੇ ਨਹੀਂ ਜਾ ਰਹੇ, ਕੀ ਰਾਜਨੀਤਿਕ ਪਾਰਟੀਆਂ ਆਪਣੇ ਮਫਾਦ ਵਾਸਤੇ ਇਹ ਸਾਰੀਆਂ ਚੀਜ਼ਾਂ ਭੁੱਲ ਤੇ ਨਹੀਂ ਗਈਆਂ। ਉਹਨੇ ਇੱਕ ਸੂਝਵਾਨ, ਆਪਾਂ ਕਹਿ ਸਕਦੇ ਸੂਝਵਾਨ ਸ਼ਬਦ ਸ਼ਾਇਦ ਅੱਜ ਉਹਦੀ ਸ਼ਖਸੀਅਤ ਨੂੰ ਆਪਣੇ ਘੇਰੇ ਵਿੱਚ ਨਾ ਲੈਂਦਾ ਹੋਵੇ। ਮੈਂ ਉਹਦੇ ਵਾਸਤੇ ਇੱਕ ਸ਼ਬਦ ਵਰਤ ਸਕਦਾ, ਲੋਕ ਨਾਇਕ, ਕਿਉਂਕਿ ਲੋਕ ਨਾਇਕ ਉਹ ਹੁੰਦਾ ਕਿ ਜਿਹੜਾ ਲੋਕਾਂ ਦੀ ਗੱਲ ਕਰਦਾ, ਲੋਕਾਂ ਦਾ ਨਾਇਕ ਬਣਦਾ। ਜਿਸ ਤਰੀਕੇ ਨਾਲ ਉਹਨੇ ਗੱਲ ਪਹਿਲਾਂ ਕੀਤੀ, ਇਹ ਗੱਲ ਉਸਨੇ ਕਦੇ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਉਹ ਮੁੱਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਰਗਾਂ ਦੇ ਵਿੱਚ ਸਮਾਇਆ, ਉਹਦੇ ਕਣ ਕਣ ਲੋਕਾਂ ਦੇ ਜਿਹੜੇ ਅਸੀਂ ਕਹਿ ਸਕਦੇ ਕਤਰੇ ਕਤਰੇ ਖੂਨ ਚ ਸਮਾਇਆ, ਲੋਕ ਉਹਦੇ ਨਾਲ ਟੁੱਟ ਕੇ ਜੀ ਨਹੀਂ ਸਕਦੇ। ਤਾਂ ਉਸ ਮੁੱਦੇ ਨੂੰ ਜਦੋਂ ਉਹਨਾਂ ਮੁੱਦੇ ਦਾ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹਨੇ ਇਸ ਦਾ ਵਿਰੋਧ ਨਹੀਂ ਕੀਤਾ, ਕੇਵਲ ਔਰ ਕੇਵਲ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਵਾਈ ਕਿ ਭਾਈ ਸਾਹਿਬ ਤੂੰ ਆਹ ਜਿਹੜੀ ਗੱਲ ਕੀਤੀ ਆ ਇਹਨਾਂ ਲੋਕਾਂ ਦਾ ਵਾਅਦਾ ਕਰ। ਤਾਂ ਇਸ ਗੱਲ ਦੇ ਨਾਲ ਉਹ ਲੋਕਾਂ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਬਣ ਕੇ ਉੱਭਰਿਆ, ਅਸੀਂ ਕਹਿ ਸਕਦੇ ਕਿ ਜਿਹਦੇ ਵਿੱਚ ਉਹ ਨਾਇਕ ਦੇ ਗੁਣਾਂ ਨੂੰ ਪੂਰਾ ਕਰਦਾ। ਜੇ ਉਹ ਕਿਤੇ ਹੋਰ ਕੋਈ ਗੱਲਬਾਤ ਕਰਦਾ ਤਾਂ ਸ਼ਾਇਦ ਉਹ ਗੱਲ ਨਾ ਹੁੰਦੀ, ਪਰ ਉਸ ਤੋਂ ਮਗਰੋਂ ਰਾਜਨੀਤਿਕ ਜਿਹੜਾ ਸਿਆਸੀ ਘਟਨਾਕ੍ਰਮ ਸੀ, ਜਿਹੜੀ ਸਿਆਸੀ ਸਟੇਜ ਸੀ, ਬੜਾ ਕੁਝ ਵਾਪਰਿਆ, ਜੋ ਵਾਪਰਦਾ ਵੀ ਪਿਆ ਹੈ, ਅੱਜ ਵੀ ਬੜਾ ਕੁਝ ਹੋਇਆ। ਪਰ ਮੇਰਾ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਿਆਸੀ ਘਟਨਾਵਾਂ ਦੀ ਚਰਚਾ ਕਰਨਾ ਨਹੀਂ ਆ, ਕੇਵਲ ਇਸ ਮੁੱਦੇ ਤੇ ਆ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ। ਤਾਂ ਅੱਜ ਨਵਜੋਤ ਸਿੱਧੂ ਦਾ ਇਹ ਜ਼ਰੂਰ ਟਵੀਟ ਆਉਂਦਾ ਕਿ ਕੱਲ ਨੂੰ ਮੈਂ ਉੱਥੇ ਮਤਲਬ ਉੱਥੇ ਨਹੀਂ, ਮੈਂ ਆਪਣੇ ਘਰਾਂ ਦੇ ਬੂਹਾਂ ਦੇ ਅੱਗੇ ਕਾਲੇ ਝੰਡੇ ਜਿਹੜੇ ਲਹਿਰਾਉਣੇ ਨੇ। ਹੁਣ ਕਾਲੇ ਝੰਡੇ ਲਹਿਰਾਉਣੇ ਜਿਹੜੇ ਨੇ ਔਰ ਉਸ ਵਕਤ ਜਦੋਂ ਸਿਆਸੀ ਪਾਰਾ ਬਿਲਕੁਲ ਉੱਪਰ ਚੜਿਆ, ਹਰ ਪਾਰਟੀ ਦਾ ਸਿਆਸੀ ਪਾਰਾ ਉੱਪਰ ਚੜਿਆ ਔਰ ਉਹ ਬੰਦਾ ਇਸ ਗੱਲ ਕਰ ਰਿਹਾ ਕਿ ਮੈਂ ਝੰਡੇ ਜਿਹੜੇ ਆਪਣੇ ਦੋਹਾਂ ਘਰਾਂ ਤੇ ਚਲਾਵਾਂਗਾ, ਤਾਂ ਉਹ ਫਿਰ ਲੋਕ ਨਾਇਕ ਦੀ ਸ਼ਖਸੀਅਤ ਦੇ ਘੇਰੇ ਵਿੱਚ ਆਉਂਦਾ ਪ੍ਰਤੀਤ ਹੁੰਦਾ ਕਿ ਉਹ ਬੰਦਾ। ਇਹ ਵੀ ਗੱਲ ਹੈਗੀ ਆ ਕਿ ਜਿਹੜਾ ਪਿੰਡਾਂ ਦੇ ਵਿੱਚ ਇਹ ਵੀ ਚਰਚਾਵਾਂ ਹੁਣ ਹੋ ਗਈਆਂ ਨੇ ਕਿ ਕਿਸਾਨ ਅੰਦੋਲਨ ਵਾਲੇ ਪਾਸੇ ਲੋਕਾਂ ਦਾ ਧਿਆਨ ਘੱਟ ਹੋ ਗਿਆ, 2022 ਨੂੰ ਲੋਕ ਦੇਖ ਰਹੇ ਆ, ਲੀਡਰਾਂ ਦਾ ਧਿਆਨ ਇੱਧਰ ਹੋ ਗਿਆ। ਇਸ ਦੇ ਜ਼ਰੀਏ ਪਿੰਡ ਦੇ ਵਿੱਚ ਦੁਬਾਰਾ ਫਿਰ ਤੋਂ ਕਿਸਾਨੀ ਅੰਦੋਲਨ ਵਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਤੁਸੀਂ ਇਹਨੂੰ ਛੱਡੋ ਨਾ। ਹਰ ਛੱਤ ਦੇ ਉੱਪਰ ਜੇਕਰ ਝੰਡਾ ਲੱਗਿਆ ਹੋਊਗਾ, ਇੱਕ ਦੂਜੇ ਦੀ ਛੱਤ ਦੇ ਉੱਪਰ ਝੰਡਾ ਲੱਗਿਆ ਦਿਸੂਗਾ ਤਾਂ ਕਿਸਾਨ ਅੰਦੋਲਨ ਦਾ ਪ੍ਰਤੀਕ ਮੰਨਿਆ ਜਾਊਗਾ, ਕਿਸਾਨਾਂ ਦੀ ਜਿੱਤ ਦਾ ਜਿਹੜਾ ਜਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹਦਾ ਪ੍ਰਤੀਕ ਮੰਨਿਆ ਜਾਊਗਾ। ਹਰੇਕ ਨੂੰ ਚੇਤਾ ਰਹੂਗਾ ਕਿ ਹਾਲੇ ਅੰਦੋਲਨ ਜਾਰੀ ਹੈ, ਹਾਲੇ ਅਸੀਂ ਜਿੱਤ ਨਹੀਂ ਸਕੇ। ਹਾਂ, ਗੱਲ ਇੱਥੇ ਜਿੱਤਣ ਦੀ ਬੜੀ ਅਜੇ ਸਿੱਧੂ ਸਾਹਿਬ ਦੂਰ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਉਹੀ ਕਹਿ ਰਿਹਾ ਵੀ ਜਿੰਨਾ ਟਾਈਮ ਝੰਡੇ ਲੱਗੇ ਰਹਿਣਗੇ ਉਹਨਾਂ ਟਾਈਮ ਰੋਸ ਰਹੇਗਾ, ਜਿੰਨਾ ਚਿਰ ਰੋਸ ਤਾਂ ਫਿਰ ਉਦੋਂ ਤੱਕ ਹੀ ਹੈ ਜਿੰਨਾ ਚਿਰ ਨਹੀਂ ਜਿੱਤਦੇ। ਇਸੇ ਕਰਕੇ ਹੀ ਇਹ ਜਿਹੜਾ ਉਹਨਾਂ ਵੱਲੋਂ ਕਾਲੇ ਝੰਡੇ ਦਾ ਸੰਕੇਤ ਕੀਤਾ ਗਿਆ ਕਿ ਕਾਲੇ ਝੰਡੇ ਲਹਿਰਾਏ ਜਾਣ। ਕਾਲਾ ਝੰਡਾ ਆਪਣੇ ਆਪ ਦੇ ਵਿੱਚ ਹੀ ਰੋਸ ਦਾ ਪ੍ਰਤੀਕ ਆ। ਅਜੇ ਜਿੱਤ ਤਾਂ ਬੜੀ ਦੂਰ ਆ, ਪਤਾ ਨਹੀਂ ਉਹ ਕਦੋਂ, ਜੇ ਕਿਉਂਕਿ ਰਾਜਨੀਤਿਕ ਪਾਰਟੀਆਂ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਸਫਲ ਹੋਣ ਦਿੰਦੀਆਂ ਜਾਂ ਨਹੀਂ ਹੋਣ ਦਿੰਦੀਆਂ। ਜਿਹੜੀ ਤੁਸੀਂ ਇੱਕ ਗੱਲ ਕੀਤੀ ਕਿ ਪਿੰਡਾਂ ਦੇ ਵਿੱਚ ਇਹ ਸੁਨੇਹਾ ਗਿਆ ਕਿ ਜਿਹੜਾ ਕਿਸਾਨ ਨੇ ਦਿੱਲੀ ਮੋਰਚੇ ਤੋਂ ਕੱਟ ਰਹੇ ਆ ਜਾਂ ਦਿੱਲੀ ਮੋਰਚੇ ਦੇ ਪ੍ਰਤੀ, ਕਿਸਾਨ ਮੋਰਚੇ ਦੇ ਪ੍ਰਤੀ ਇਹਨਾਂ ਦਾ ਜਿਹੜਾ ਆਪਣਾ ਮੋਹ ਆ ਉਹ ਫਿੱਕਾ ਪੈ ਰਿਹਾ। ਸ਼ਾਇਦ ਤੁਹਾਡੇ ਸੰਦਰਭ 'ਚ ਇਹ ਗੱਲ ਹੋ ਸਕਦੀ, ਪਰ ਜਿਸ ਤਰੀਕੇ ਨਾਲ ਮੈਂ ਇਸ ਗੱਲ ਨੂੰ ਵੇਖਦਾ, ਨਵਜੋਤ ਸਿੱਧੂ ਦਾ ਮੂਲ ਮਨੋਰਥ ਕਾਲੇ ਝੰਡੇ ਆਪਣੇ ਦਰਵਾਜ਼ਿਆਂ ਤੇ ਲਹਿਰਾਉਣ ਦੇ ਵਿੱਚ ਇੱਕ ਨਵੀਂ ਲਹਿਰ ਨੂੰ ਪੈਦਾ ਕਰਨਾ। ਕਿਉਂਕਿ ਅੱਜ ਤੱਕ ਸਿੱਧੂ ਸਾਹਿਬ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਕਾਰਕੁਨ ਨੇ ਇਹੋ ਜਿਹਾ ਸਟੈਂਡ ਨਹੀਂ ਲਿਆ। ਹਾਲਾਂਕਿ ਕੋਈ ਤੁਹਾਨੂੰ ਏਡੀ ਵੱਡਾ ਕੋਈ ਸਟੈਂਡ ਨਹੀਂ ਲੱਗਦਾ ਹੋਊਗਾ, ਮਤਲਬ ਕੀ ਆ, ਦੂਜੀਆਂ ਪਾਰਟੀਆਂ ਕਹਿ ਸਕਦੀਆਂ ਕਿ ਇਹ ਡਰਾਮਾ ਆ ਜੀ, ਸਿੱਧੂ ਵੱਲੋਂ ਡਰਾਮਾ। ਜੇਕਰ ਉਹ ਡਰਾਮਾ ਕਰਨ ਦੀ ਹਿੰਮਤ ਰੱਖਦਾ ਫਿਰ ਤੁਸੀਂ ਵੀ ਡਰਾਮਾ ਕਰ ਲਓ। ਅਜੇ ਤੱਕ ਅਸੀਂ ਕਿਸਾਨ ਹਤੈਸ਼ੀ ਜਾਂ ਪੰਥ ਹਤੈਸ਼ੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਦੇ ਵੱਲੋਂ ਵੀ ਕਦੇ ਕੋਈ ਅਜਿਹਾ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ। ਸੋ ਤੁਸੀਂ ਇਸ ਗੱਲ ਨੂੰ ਕੇਵਲ ਔਰ ਕੇਵਲ ਮਹਿਜ਼ ਇੱਕ ਕਾਲਾ ਝੰਡਾ, ਇੱਕ ਡੰਡੇ ਦੇ ਉੱਤੇ ਲੱਗਾ ਕਾਲਾ ਕੱਪੜਾ ਨਾ ਸਮਝੋ। ਇਹ ਜਿਹੜਾ ਸਿੱਧੂ ਦਾ ਐਲਾਨ ਆ, ਇਹ ਦੋ ਤਿੰਨ ਚੀਜ਼ਾਂ ਵੱਲ ਸੰਕੇਤ ਕਰਦਾ। ਇੱਕ ਤਾਂ ਉਹ ਲੋਕਾਂ ਦੀ ਸਮੂਹਕ ਰਾਏ ਨੂੰ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਲੋਕ ਕੀ ਸੋਚਦੇ ਨੇ ਨਵਜੋਤ ਸਿੱਧੂ ਦੇ ਪ੍ਰਤੀ। ਇਹਦੇ ਵਿੱਚ ਨਵਜੋਤ ਸਿੱਧੂ ਇਸ ਜਿਹੜਾ ਉਸਨੇ ਐਲਾਨ ਕੀਤਾ, ਇਹਦੇ ਨਾਲ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਬਣ ਕੇ ਉੱਭਰਦਾ ਤੇ ਲੋਕਾਂ ਨੂੰ ਇਹਦੇ ਵੱਲ ਪ੍ਰੇਰਿਤ ਕਰਦਾ ਕਿ ਅਜੇ ਸੰਘਰਸ਼ ਜਿਹੜਾ ਅਸੀਂ ਇੱਕ ਨਵਾਂ ਜੋਸ਼ ਭਰਨ ਵਾਸਤੇ ਉਹਦਾ ਇੱਕ ਯਤਨ ਆ। ਇਹ ਹੁੰਦਾ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨਾ, ਕਿਉਂਕਿ
ਵੇਖੋ ਆਪਾਂ ਜੇਕਰ ਉਹਦੀ ਐਜ਼ ਏ ਇਹ ਰਾਜਨੀਤਿਕ ਵੀ ਹੁੰਦਾ, ਆਪਾਂ ਪਿੰਡਾਂ ਦੇ ਵਿੱਚ ਆਪਾਂ ਆਮ ਦੇਖਦੇ ਹਾਂ, ਜਦੋਂ ਦੂਜੇ ਦੇ ਘਰ ਦੇ ਝੰਡਾ ਲੱਗਿਆ ਹੁੰਦਾ ਤਾਂ ਫਿਰ ਆਪਾਂ ਨੂੰ ਵੀ ਐ ਹਰੇਕ ਬੱਚੇ ਨੂੰ ਜਾਂ ਬੰਦੇ ਨੂੰ ਐ ਹੁੰਦਾ ਵੀ ਯਾਰ ਉਹਨਾਂ ਦੇ ਲੱਗਿਆ ਤਾਂ ਮੈਂ ਵੀ ਲਾਵਾਂ, ਤੇ ਜੇ ਨਹੀਂ ਵੀ ਲੱਗਿਆ ਤਾਂ ਫਿਰ ਦੂਜਾ ਕਹਿੰਦਾ ਯਾਰ ਤੈਨੂੰ ਕਿਸਾਨੀ ਦੀ ਕੋਈ ਪਰਵਾਹ ਨਹੀਂ, ਅੰਦੋਲਨ ਏਡਾ ਵੱਡਾ ਚੱਲ ਰਿਹਾ ਤੇ ਆਪਣਾ ਪੰਜਾਬੀਆਂ ਦਾ, ਸਿੱਖਾਂ ਦਾ, ਸਾਰਿਆਂ ਦਾ ਯਾਰ ਇਨਸਾਨੀਅਤ ਦਾ ਅੰਦੋਲਨ ਆ ਇਹ, ਇਕੱਲੇ ਕਿਸੇ ਧਰਮ ਦਾ, ਜਾਤ ਦਾ, ਵਰਗ ਦਾ ਅੰਦੋਲਨ ਨਹੀਂ, ਇਨਸਾਨੀਅਤ ਦਾ, ਕਿਉਂਕਿ ਮਸਲਾ ਰੋਟੀ ਦੇ ਨਾਲ ਜੁੜਿਆ ਹੋਇਆ। ਤਾਂ ਫਿਰ ਇੱਕ ਦੂਜੇ ਨੂੰ ਚੇਤਾ ਕਰਾਉਂਦਾ ਕਿ ਬੰਦਾ ਭਾਈ ਇਹ ਉਸ ਸੰਘਰਸ਼ ਦਾ ਪ੍ਰਤੀਕ ਆ, ਤੁਸੀਂ ਇਹਨੂੰ ਲਾਓ। ਤਾਂ ਫਿਰ ਉਹ ਸਾਰਾ ਜਦੋਂ ਇੱਕ ਦੂਜੇ ਨੂੰ ਦੇਖੋ ਦੇਖ ਲਾਉਂਦਾ ਤਾਂ ਫਿਰ ਸੰਘਰਸ਼ ਹੋਰ ਲੰਬਾ ਹੁੰਦਾ, ਹੋਰ ਵੱਧਦਾ, ਹੋਰ ਪ੍ਰਫੁੱਲਿਤ ਹੁੰਦਾ। ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਇੱਕ ਗੱਲ ਕੀਤੀ ਕਿ ਜਦੋਂ ਮਤਲਬ ਲੋਕਾਂ ਨੂੰ ਯਾਦ ਕਰਾਉਣਾ ਹੁੰਦਾ, ਜਦੋਂ ਤੁਸੀਂ ਗੱਲ ਕੀਤੀ ਨਾ ਮਤਲਬ ਲੋਕਾਂ ਨੂੰ ਯਾਦ ਕਰਾਉਣ ਦੀ ਗੱਲ, ਸਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਉੱਥੇ 6-6 ਮਹੀਨਿਆਂ ਤੋਂ ਪਹਿਲਾਂ ਕਿਸਾਨਾਂ ਨੇ ਸਰਦੀਆਂ ਝੱਲੀਆਂ, ਫਿਰ ਹੁਣ ਗਰਮੀ ਦੀ ਰੁੱਤ ਜਿਹੜੀ ਚੱਲ ਰਹੀ ਹੈ, ਜੇਠ ਹਾੜ ਦੀ ਧੁੱਪਾਂ 'ਚ ਉਹ ਲੋਕ ਉੱਥੇ ਬੈਠੇ ਨੇ। ਤੇ ਸਿੱਧੂ ਸਾਹਿਬ, ਕੁਝ ਲੋਕ ਅਜੇ ਵੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉੱਥੇ ਕੌਣ ਬੈਠੇ ਨੇ। ਇਸ ਮੌਕੇ ਤੇ ਨਾ ਮੈਨੂੰ ਸੁਰਜੀਤ ਪਾਤਰ ਦੀ ਇੱਕ ਨਜ਼ਮ ਬੜੀ ਮਸ਼ਹੂਰ ਹੈ। ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਤਾਂ ਪਾਤਰ ਨੇ ਇੱਕ ਨਜ਼ਮ ਜਿਹੜੀ ਸੀ ਕਿਸਾਨ ਮੋਰਚੇ ਤੇ ਬੋਲੀ। ਤਾਂ ਜਿਹੜੀ ਤੁਹਾਡੀ ਗੱਲ ਹੈ ਨਾ, ਮੈਨੂੰ ਉਹਦੇ ਤੋਂ ਉਹ ਨਜ਼ਮ ਦੇ 4 ਬੋਲ ਜਿਹੜੇ ਨਾ ਉਹ ਯਾਦ ਹੁੰਦੇ ਨੇ। ਉਹ ਸਿੱਧਾ ਔਰ ਸਿੱਧਾ ਤੁਸੀਂ ਜਦੋਂ ਮੈਂ ਤੁਹਾਨੂੰ ਬੋਲਾਂਗਾ ਦੂਖ ਬੰਦ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀ ਗੱਲ ਉਹ ਕਰਦਾ ਹੈ। ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ, ਇਸ ਦੇ ਵਿੱਚ ਲੋਕ ਸ਼ਾਮਲ ਨੇ। ਇਸ ਵਿੱਚ ਲੋਕ, ਸਰਲੋਕ ਤੇ ਤਰਲੋਕ ਸ਼ਾਮਲ ਨੇ। ਇਹ ਮੇਲਾ ਹੈ, ਇਹਦੇ ਵਿੱਚ ਧਰਤ ਸ਼ਾਮਲ, ਪੌਣ ਪਾਣੀ ਤੇ ਬਿਰਖ ਸ਼ਾਮਲ ਨੇ। ਇਸ ਵਿੱਚ ਸਾਡੇ ਹਾਸੇ, ਹੰਝੂ ਤੇ ਗਾਉਣ ਸ਼ਾਮਲ ਨੇ। ਤੇ ਤੈਨੂੰ ਕੁਝ ਪਤਾ ਹੀ ਨਹੀਂ ਕਿ ਇਸ ਵਿੱਚ ਕੌਣ ਸ਼ਾਮਲ ਨੇ। ਇਹ ਮੇਲਾ ਹੈ। ਹੁਣ ਇਹ ਨਜ਼ਮ ਬਹੁਤ ਲੰਮੀ ਹੈ। ਸੁਰਜੀਤ ਪਾਤਰ ਨੇ ਜਦੋਂ ਇਹ ਨਜ਼ਮ ਲਿਖੀ ਤਾਂ ਕੌਣ ਸ਼ਾਮਲ ਹੈ ਇਹ ਤਾਂ ਸਾਰੀ ਦੁਨੀਆ ਨੂੰ ਪਤਾ, ਤੇ ਜਿਹਨੂੰ ਨਹੀਂ ਪਤਾ ਉਹ ਅਜੇ ਵੀ ਇਸ ਅੰਦੋਲਨ ਨੂੰ ਕਦੇ ਉਹ ਕੁਝ ਨਾ ਦਿੰਦਾ ਤੇ ਕਦੇ ਕੁਝ ਨਾ ਦਿੰਦਾ। ਤੇ ਫਿਰ ਜੇਕਰ ਇਸ ਅੰਦੋਲਨ ਨੂੰ ਇੱਕ ਮੇਲੇ ਦਾ ਰੂਪ ਇੱਕ ਸ਼ਾਇਰ ਦੇ ਰਿਹਾ, ਤਾਂ ਸੁਰਜੀਤ ਪਾਤਰ ਇਸ ਨੂੰ, ਜਿਹੜੀ ਮੈਂ ਗੱਲ ਕੀਤੀ, ਇਸ ਨੂੰ ਮੇਲੇ ਦਾ ਰੂਪ ਦੇ ਰਿਹਾ, ਜਿਹਦੇ ਵਿੱਚ ਹੰਝੂਆਂ ਦੀ ਵੀ ਗੱਲ ਕਰਦਾ, ਉਹਨਾਂ ਦੀ ਆਹਾਂ ਦੀ ਵੀ ਗੱਲ ਕਰਦਾ, ਤੇ ਇੱਕ ਦਿੱਲੀ ਦੀ ਉਸ ਕੁੜੀ ਦੀ ਵੀ ਗੱਲ ਕਰਦਾ ਜਦੋਂ ਕਹਿੰਦੇ ਕਿ ਜਦੋਂ ਤੁਸੀਂ ਚਲੇ ਜਾਓਗੇ, ਸ਼ਾਇਦ ਮੈਂ ਭਾਵੁਕ ਹੋ ਜਾਣਾ ਨਜ਼ਮ ਪੜ੍ਹਦੇ ਆ, ਕਿ ਇੱਥੇ ਰੌਣਕ ਤਾਂ ਰਹੇਗੀ, ਮਤਲਬ ਭੀੜ ਤਾਂ ਰਹਿਣੀ ਆ, ਰੌਣਕ ਨਹੀਂ ਰਹਿਣੀ। ਉਹ ਇਸ ਨਜ਼ਮ ਦਾ ਇੱਕ ਸੈਕਿੰਡ ਪੋਰਸ਼ਨ ਹੈਗਾ। ਤਾਂ ਇਹ ਸਾਰੇ ਸੰਦਰਭ ਦੇ ਵਿੱਚ ਜਦੋਂ ਆਪਣੇ ਨਵਜੋਤ ਸਿੱਧੂ ਦਾ ਇਹ ਬੋਲ, ਜਿਹੜੀ ਗੱਲ ਕੀਤੀ ਹੈ ਕਿ ਕਾਲੇ ਝੰਡੇ ਫਹਿਰਾਉਣੇ, ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਵੱਡੇ ਅਰਥ ਰੱਖਦੇ ਨੇ ਕਿ ਲੋਕਾਂ ਨੂੰ ਆਪਣੇ ਨਾਲ ਲਾਮਬੰਦ ਕਰਨਾ। ਹੁਣ ਦੂਸਰੇ ਪਾਸੇ ਜੇਕਰ ਆਪਾਂ ਆਪਣੀ ਵਿਚਾਰ ਚਰਚਾ ਦੇ ਦਾਇਰੇ ਵਿੱਚ ਹੀ ਸੀਮਤ ਹੋ ਕੇ ਗੱਲ ਕਰੀਏ ਤਾਂ ਪ੍ਰਸ਼ਨ ਸਿੱਧੂ ਸਾਹਿਬ ਇਹ ਬਣਦਾ ਕਿ ਹੁਣ ਰਾਜਨੀਤਿਕ ਪਾਰਟੀਆਂ, ਜਦੋਂ ਕਿ ਹਰ ਫਰੰਟ ਤੇ ਪੰਜਾਬ ਦੇ ਵਿੱਚ ਅਸੀਂ ਇਹ ਵੇਖ ਰਹੇ ਹਾਂ ਕਿ ਕਿਸੇ ਵਕਤ ਵੀ ਕਾਂਗਰਸ ਤੋਂ ਫਾੜ ਹੋ ਸਕਦੀ ਆ, ਅਕਾਲੀ ਦਲ ਕਿਸੇ ਧਾਰਮਿਕ ਮੁੱਦੇ ਨੂੰ ਲੈ ਕੇ ਚੱਲਦਾ ਪਿਆ, ਭਾਜਪਾ ਵੀ ਆਪਣੀਆਂ ਜਿਹੜੀਆਂ ਚਾਲਾਂ ਚੱਲਦੀ ਪਈ ਹੈ। ਤਾਂ ਇਹ ਸਾਰੇ ਵਰਤਾਰੇ ਦੇ ਵਿੱਚ ਨਵਜੋਤ ਸਿੱਧੂ ਦਾ ਇਹ ਬਿਆਨ ਔਰ ਇਹ ਟਵੀਟ ਜਿਹੜਾ ਉਸਨੇ ਕੀਤਾ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹ ਲੋਕਾਂ ਨੂੰ ਜਾਚਣਾ ਚਾਹੁੰਦਾ ਕਿ ਲੋਕ ਔਰ ਨੇਤਾ, ਕਿਸਾਨ ਨੇਤਾ, ਜਿਹੜੇ ਦੂਜੇ ਰਾਜਨੀਤਿਕ ਨੇਤਾ ਨੇ, ਉਹ ਕਿਸ ਪੱਖ ਤੱਕ ਇਸ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਖੜੇ ਨੇ ਤੇ ਕਿਸ ਤੋਂ ਇਹ ਤੋਂ ਦੂਰ ਹੋ ਚੁੱਕੇ ਨੇ। ਕੀ ਉਹਨਾਂ ਦਾ ਬੋਝ ਟੁੱਟਦੇ ਨਹੀਂ ਗਿਆ? ਕਿ ਉਹ ਬੇਸ਼ੱਕ 2022 ਦੀਆਂ ਚੋਣਾਂ ਉੱਤੇ ਆਪਣਾ ਧਿਆਨ ਫੋਕਸ ਕਰਕੇ ਬੈਠੇ ਨੇ? ਇੱਕ ਗੱਲ ਪ੍ਰੋਫੈਸਰ ਸਾਹਿਬ ਇਹ ਵੀ ਹੈ ਕਿ ਉਹ ਸ਼ਾਇਦ ਇਹ ਵੀ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਮੇਰੇ ਨਾਲ ਤੁਰਨ ਦੇ ਜਿਹੜੇ ਲੀਡਰ ਗੱਲ ਕਰ ਰਹੇ ਆ, ਜਿਹੜੇ ਕਹਿ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਸਹੀ ਜਿਹੜੀਆਂ ਗੱਲਾਂ ਕਰ ਰਹੇ ਆ, ਕਿਤੇ ਨਾ ਕਿਤੇ ਉਹਨਾਂ ਦਾ ਵੀ ਸਮਰਥਨ ਦੇਖਣ ਦੀ ਕੋਸ਼ਿਸ਼ ਹੈ ਵੀ ਕਿਹੜੇ ਮੇਰੀ ਪਾਰਟੀ ਦੇ ਲੀਡਰ ਮੇਰੇ ਨਾਲ ਹੈ, ਦੇਖਦੇ ਆ ਕਿ ਮੈਨੂੰ ਦੇਖ ਕੇ ਕਿਹੜਾ ਝੰਡਾ ਮੇਰੀ ਗੱਲ ਮੰਨ ਕੇ ਲਾਉਂਦਾ ਹੈ। ਹਾਲਾਂਕਿ ਉਹਨਾਂ ਪਰਸਨਲੀ ਤਾਂ ਕਿਸੇ ਨੂੰ ਨਹੀਂ ਕਿਹਾ, ਉਹਨਾਂ ਨੇ ਤਾਂ ਲੋਕ ਆਵਾਜ਼ ਦਿੱਤੀ ਹੈ, ਪਰ ਉਹ ਵੀ ਕਿਤੇ ਨਾ ਕਿਤੇ ਦੇਖਣ ਦੀ ਕੋਸ਼ਿਸ਼ ਹੋ ਸਕਦੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਨਹੀਂ, ਬੜਾ ਵਧੀਆ ਤੁਸੀਂ ਆਹ ਪ੍ਰਸ਼ਨ ਜਿਹੜਾ ਕੀਤਾ ਕਿ ਇੱਕ ਪ੍ਰਸ਼ਨ ਤੁਸੀਂ ਕਰਕੇ, ਚਲੋ ਮੈਂ ਜੇਕਰ ਮਤਲਬ ਅਚੰਭਤ ਹੋ ਸਕਦਾ ਕਿਉਂਕਿ ਇਹ ਪ੍ਰਸ਼ਨ ਸਾਡੀ ਸ਼ਾਇਦ ਬਹਿਸ ਦਾ ਹਿੱਸਾ ਨਹੀਂ ਸੀ ਹੈਗਾ। ਅਚਾਨਕ ਤੁਸੀਂ ਇਹ ਪ੍ਰਸ਼ਨ ਕੀਤਾ ਤਾਂ ਜਦੋਂ ਨਵਜੋਤ ਸਿੱਧੂ ਨੇ ਇਹ ਝੰਡੇ ਵਾਲੀ ਗੱਲ ਕੀਤੀ ਹੋਊਗੀ, ਉਹ ਤੁਹਾਡੇ ਪ੍ਰਸ਼ਨ ਦੇ ਉੱਤਰ ਦੇ ਵਿੱਚ ਮੈਂ ਇਹੋ ਕਹਿ ਸਕਦਾ ਕਿ ਸ਼ਾਇਦ ਸ਼ਾਮ ਤੱਕ ਉਹ ਵੀ ਲੋਕ ਇੱਦਾਂ ਦੇ ਬਿਆਨ ਦੇਣ, ਕਿਉਂਕਿ ਪ੍ਰਗਟ ਸਿੰਘ ਹੋਣੀ ਵੀ ਜਦੋਂ ਗੱਲਬਾਤ ਕਰਦੇ ਆ ਤਾਂ ਅਕਸਰ ਇਹ ਉਹ ਗੱਲ ਕਹਿੰਦੇ ਕਿ ਅਸੀਂ ਲੋਕ ਮੁੱਦਿਆਂ ਦੀ ਗੱਲ ਕਰਦੇ ਹਾਂ, ਲੋਕ ਹਿੱਤਾਂ ਦੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਇਹਦੇ ਨਾਲ ਕੈਪਟਨ ਨਵਜੋਤ ਸਿੱਧੂ ਨੇ ਅਗਰ ਵੇਖਿਆ ਜਾਵੇ ਤਾਂ ਇੱਕ ਬਾਲ ਦੇ ਨਾਲ ਹੀ ਕਈ ਨਿਸ਼ਾਨੇ ਜਿਹੜੇ ਨਾ ਉਹਨੇ ਮਿੱਥ ਦਿੱਤੇ ਕਿ ਕਿਹੜਾ ਬੰਦਾ ਹੁਣ ਨਿੱਤਰ ਕੇ ਸਾਹਮਣੇ ਆਉਂਦਾ ਤੇ ਕਿਹੜਾ ਨਹੀਂ ਆਉਂਦਾ। ਬੇਸ਼ੱਕ ਤੁਸੀਂ ਕਿਸੇ ਵੀ ਵਿਧਾਇਕ ਦੀ ਜਾਂ ਮੰਤਰੀ ਦੀ ਗੱਲ ਕਰ ਲਓ, ਚਾਹੇ ਉਹ ਸੁਖਜਿੰਦਰ ਰੰਧਾਵੇ ਹੋਣੀ ਹੋਣ, ਚਾਹੇ ਪ੍ਰਗਟ ਸਿੰਘ ਹੋਣੀ, ਚਰਨਜੀਤ ਚੰਨੀ ਹੋਵੇ, ਕੋਈ ਵੀ, ਈਵਨ ਕਿ ਮਤਲਬ ਕੈਪਟਨ ਹੋਣੀ ਵੀ ਹੁਣ ਕਹਿਣ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਨਿੱਤਰਦਾ। ਤੇ ਚਲੋ
ਨਵਜੋਤ ਸਿੱਧੂ ਦਾ ਯਤਨ ਹੋਵੇ ਕਿ ਹਾਂ ਵੀ ਜਿਹੜੇ ਬੰਦੇ ਮੇਰੀ ਵਿਚਾਰਧਾਰਾ ਦੇ ਨਾਲ, ਇੱਥੇ ਗੱਲ ਵਿਚਾਰਧਾਰਾ ਦੀ ਹੈਗੀ ਕਿ ਜਿਹੜੇ ਬੰਦੇ ਮੇਰੀ ਵਿਚਾਰਧਾਰਾ ਨਾਲ ਸੰਬੰਧਿਤ ਨੇ, ਭਲਾ ਵੇਖਦੇ ਆ ਕਿ ਉਹ ਮੇਰੇ ਇਸ ਮਾਰਗ ਤੇ ਇਸ ਕਦਮ ਨੂੰ ਕਿੱਥੋਂ ਤੱਕ ਜਾਇਜ਼ ਬਣਦੇ ਆ, ਕੀ ਮੇਰੇ ਮਗਰ ਚੱਲਦੇ ਆ। ਪਰ ਸਿੱਧੂ ਸਾਹਿਬ, ਜਦ ਤੱਕ ਮੇਰੀ ਰਾਏ ਆ, ਸ਼ਾਇਦ ਕੁਝ ਮੰਤਰੀ ਕੁਝ ਵਿਧਾਇਕ ਜਿਨ੍ਹਾਂ ਵਿੱਚ ਪ੍ਰਗਟ ਸਿੰਘ ਦਾ ਨਾਮ ਮੈਂ ਵੇਖ ਸਕਦਾ, ਮੈਨੂੰ ਲੱਗਦਾ ਕਿ ਸ਼ਾਇਦ ਉਹ ਵੀ ਕੱਲ ਇਸ ਸ਼੍ਰੇਣੀ ਦੇ ਵਿੱਚ ਦਾਖਲ ਹੋਵੇਗਾ, ਕਿਉਂਕਿ ਉਹਨੇ ਸੱਦਾ ਨਵਜੋਤ ਸਿੱਧੂ ਨੇ ਕਿਸੇ ਨੂੰ ਨਹੀਂ ਦਿੱਤਾ। ਉਹਨੇ ਕੇਵਲ ਸ਼ਾਇਦ ਇਹੋ ਹੀ ਵੇਖਣਾ ਹੋਵੇ। ਔਰ ਦੇਖੋ, ਬੜਾ ਇਹ ਗੱਲ ਕਹੀ ਹੈ ਕਿ ਆਪਾਂ ਰੋਜ਼ ਦੇ ਵਜੋਂ ਹਰ ਛੱਤ ਦੇ ਉੱਪਰ ਕਹਿੰਦੇ ਇਹ ਝੰਡਾ ਹੋਣਾ ਚਾਹੀਦਾ, ਤੇ ਜੇਕਰ ਹਰ ਛੱਤ ਤੇ ਝੰਡਾ ਲੱਗਦਾ, ਇਹ ਵੀ ਇੱਕ ਕਿਸਮ ਦਾ ਨਾਲ ਫਿਰ ਜਿਹੜੀ ਇੱਕ ਅਗਨੀ ਪ੍ਰੀਖਿਆ ਨਵਜੋਤ ਸਿੱਧੂ ਦੀ ਕੱਲ ਹੋਏਗੀ ਕਿ ਉਹਦੇ ਕਹਿਣ ਦੇ ਉੱਤੇ ਕਿੰਨੇ ਵਿਧਾਇਕ ਤੇ ਕਿੰਨੇ ਮੰਤਰੀ ਜਾਂ ਕਿਹੜੇ ਲੋਕ ਜਿਹੜੇ ਨੇ, ਕਿੰਨੇ ਕੁ ਉਹਦੇ ਹਲਕੇ ਦੇ ਲੋਕ ਕਿੱਥੋਂ ਕੁ ਤੱਕ ਉਹਦੇ ਨਾਲ ਚੱਲਦੇ ਨੇ। ਇੱਕ ਕਿਸਮ ਦਾ ਅਸੀਂ ਕਹਿ ਸਕਦੇ ਕਿ ਉਹਦੀ ਅਗਨੀ ਪ੍ਰੀਖਿਆ ਜਿਹਦੀ ਹੋ ਸਕਦੀ ਹੈ ਕਿ ਜਿਹੜੀ ਉਹ ਵਿਚਾਰਧਾਰਾ ਦਾ ਮਦਈ ਹੈ ਜਾਂ ਜਿਸ ਵਿਚਾਰਧਾਰਾ ਤੇ ਉਹ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਕਿੰਨੇ ਕੁ ਲੋਕ ਉਸ ਤੇ ਪ੍ਰੋੜਤਾ ਕਰਦੇ ਨੇ, ਕਿੰਨੇ ਕੁ ਲੋਕ ਉਸ ਤੇ ਮਦਈ ਨੇ। ਹੋ ਸਕਦਾ ਕਿ ਕੱਲ ਨੂੰ ਪ੍ਰਗਟ ਸਿੰਘ ਹੋਣੀ ਵੀ ਜਾਂ ਦੂਜੇ ਵਿਧਾਇਕ ਜਿਹੜੇ ਉਹਦੇ ਨਾਲ ਚੱਲਣ ਦਾ ਦਾਅਵਾ ਕਰਦੇ ਨੇ, ਉਹ ਵੀ ਗੱਲ ਇਸ ਮਾਰਗ ਤੇ ਚੱਲਣ, ਹੋ ਸਕਦਾ ਹੈ। ਬਾਕੀ ਸਮਾਂ, ਕਿਉਂਕਿ ਇਹ ਕਈ ਲੋਕ ਇਸ ਤਰ੍ਹਾਂ ਕਹਿ ਸਕਦੇ ਕਿ ਆਮ ਤੌਰ ਤੇ ਵਿਰੋਧੀ ਪਾਰਟੀਆਂ ਨੇ ਇਹ ਵੀ ਕਹਿਣਾ ਕਿ ਇਹ ਸਸਤੀ ਸ਼ੋਹਰਤ ਲੈਣ ਦਾ ਇੱਕ ਤਰੀਕਾ ਨਵਜੋਤ ਸਿੱਧੂ, ਇਹ ਵੀ ਪੁਆਇੰਟ ਉੱਠਣਗੇ ਜ਼ਰੂਰ, ਤੁਹਾਨੂੰ ਵਿਰੋਧੀ ਪਾਰਟੀਆਂ ਕਹਿਣਗੀਆਂ। ਈਵਨ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੀ ਅੱਜ ਕੱਲ੍ਹ ਉਹਦਾ ਕੈਂਪ ਜਿਹੜਾ ਉਹ ਹੀ ਕਹਿ ਸਕਦਾ ਕਿ ਜੇਕਰ ਕਾਲੇ ਝੰਡੇ ਲਾਉਣੇ ਤੇ ਜਾ ਕੇ ਦਿੱਲੀ ਲਾ। ਇਹ ਵੀ ਇੱਕ ਤੋਂ ਸਟੇਟਮੈਂਟਾਂ ਜਿਹੜੀਆਂ ਹੋ ਸਕਦੀਆਂ। ਨਵਜੋਤ ਸਿੰਘ ਸਿੱਧੂ ਨੂੰ ਪ੍ਰੋਫੈਸਰ ਪਾਸੇ ਵੀ ਰੱਖ ਦਈਏ, ਪਰ ਜੇ ਜਿਸ ਤਰੀਕੇ ਦਾ ਕਦਮ ਹੈ, ਕਿਉਂਕਿ ਇਸ ਵਕਤ ਆਪਾਂ ਦੇਖਦੇ ਵੀ ਜਿਹੜਾ ਪਹਿਲਾਂ ਇਕੱਠ ਉੱਤੇ ਸੀ ਬਾਰਡਰਾਂ ਦੇ ਉੱਤੇ, ਉਸ ਤਰੀਕੇ ਦਾ ਉਤਸ਼ਾਹ ਬਾਰਡਰ ਤੇ ਹੁਣ ਹੈ ਨਹੀਂ, ਕਿਉਂਕਿ ਬੇਸ਼ੱਕ ਵੱਖ-ਵੱਖ ਕੰਮਾਂ ਦੇ ਕਰਕੇ ਲੋਕ ਘਰਾਂ ਨੂੰ ਆ ਗਏ ਤੇ ਜਾ ਵੀ ਰਹੇ ਨੇ, ਪਰ ਦੁਬਾਰਾ ਤੋਂ ਉਸ ਤਰੀਕੇ ਦਾ ਉਹੀ ਜੋਸ਼ ਭਰਨ ਦੇ ਲਈ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਵੀ ਰੱਖ ਦਈਏ, ਇੱਕ ਤਰੀਕੇ ਦਾ ਇਹ ਵਧੀਆ ਕਦਮ ਹੋ ਸਕਦਾ। ਜੇ ਨਵਜੋਤ ਸਿੰਘ ਸਿੱਧੂ ਨਾ ਵੀ ਚੱਕਦੇ, ਜੇ ਆਪਾਂ ਆਮ ਤੌਰ ਤੇ ਵੀ ਕੋਈ ਬੰਦਾ ਆਮ ਲੋਕ ਇਹ ਕਦਮ ਚੱਕਦੇ, ਤਾਂ ਜੋਸ਼ ਭਰਨ ਦੇ ਲਈ ਲੋਕਾਂ ਦੇ ਵਿੱਚ ਇਹ ਵਧੀਆ ਕਦਮ ਮੰਨਿਆ ਜਾ ਸਕਦਾ ਸੀ ਝੰਡਿਆਂ ਵਾਲਾ। ਨਹੀਂ, ਬਿਲਕੁਲ ਸਿੱਧੂ ਸਾਹਿਬ, ਬਿਲਕੁਲ ਤੁਸੀਂ ਇਸ ਗੱਲ ਨੂੰ ਤੁਹਾਡੇ ਨਾਲ ਸਹਿਮਤ ਹਾਂ। ਤੁਹਾਨੂੰ ਸ਼ਾਇਦ ਇਹ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਭੁੱਲ ਗਏ ਹਾਂ ਕਿ 26 ਮਈ ਦੀ ਕਾਲ ਵੀ ਕਿਸਾਨ ਮੋਰਚੇ ਵੱਲੋਂ ਹੈਗੀ ਹੈ ਕਿ ਲੋਕ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਜਿਹੜੇ ਲਹਿਰਾਉਣਗੇ। ਇਹ 26 ਮਈ ਦੀ ਕਾਲ ਵੀ ਜਿਹੜੀਆਂ ਕੁਝ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਹੋਈ ਹੈ, ਕਿਉਂਕਿ ਉਹ ਵਟਸਐਪ ਔਰ ਸੋਸ਼ਲ ਮੀਡੀਆ ਤੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਐਕਟਿਵ ਹੋ ਰਹੀਆਂ ਨੇ। ਦੇਖੋ ਸਿੱਧੂ ਸਾਹਿਬ, ਜਦੋਂ ਸੰਘਰਸ਼ ਲੰਮਾ ਹੋ ਜਾਂਦਾ ਤਾਂ ਉਹਦੇ ਵਿੱਚ ਇੱਕ ਅਕੇਵੇਂ ਦੀ ਜਿਹੜੀ ਸਥਿਤੀ ਹੈ ਉਹ ਆਉਣੀ ਸੁਭਾਵਿਕ ਹੁੰਦੀ ਹੈ। ਪਰ ਮੈਂ ਜੇਕਰ ਗੁਰਦਾਮ ਸਿੰਘ ਚੂੜਨੀ ਦੀ ਸਥਿਤੀ ਵੇਖਾਂ ਜਾਂ ਬਲਬੀਰ ਸਿੰਘ ਰਾਜੇਵਾਲ ਦਾ ਵੇਖਾਂ ਜਾਂ ਜੋਗਿੰਦਰ ਸਿੰਘ ਉਗਰਾਹਾਂ ਦੇ ਬੰਦੇ ਦੀ ਇਹ ਜੋਸ਼ ਵੇਖਾਂ, ਇਹਨਾਂ ਲੀਡਰਾਂ ਦਾ ਜੋਸ਼ ਵੇਖਾਂ, ਜਾਂ ਉੱਧਰ ਰਾਕੇਸ਼ ਟਕੈਤ ਦਾ ਵੇਖਾਂ, ਤਾਂ ਮੈਨੂੰ ਉਹ ਜਿਹੜਾ ਜੋਸ਼ ਹੈ ਨਾ ਉਹ ਕਿਤੇ ਮੱਧਮ ਪਿਆ ਨਜ਼ਰ ਜਿਹੜਾ ਨਹੀਂ ਆਉਂਦਾ। ਅਗਰ ਅੱਜ ਗੁਰਦਾਮ ਸਿੰਘ ਚੂੜਨੀ ਤੁਰਦਾ ਤਾਂ ਹਰਿਆਣੇ ਦੀਆਂ ਸੜਕਾਂ ਜਿਹੜੀਆਂ ਨੇ ਸਿੱਧੂ ਸਾਹਿਬ ਉਹ ਜਾਮ ਹੋ ਜਾਂਦੀਆਂ। ਅੱਜ ਵੀ ਮਨੋਹਰ ਲਾਲ ਖੱਟਰ ਨੂੰ ਉਹਨਾਂ ਡਰ ਸ਼ਾਇਦ ਹੋਰ ਕਿਸੇ ਬੰਦੇ ਦਾ ਨਾ ਹੋਵੇ ਜਿੰਨਾ ਗੁਰਦਾਮ ਸਿੰਘ ਚੂੜਨੀ ਦੀ ਕੁੜਕੀ ਦਾ ਹੁੰਦਾ। ਸੋ ਕਹਿਣ ਦਾ ਅਰਥ ਇਹ ਹੈ ਕਿ ਠੀਕ ਹੈ, ਸੰਘਰਸ਼ਾਂ ਦੇ ਵਿੱਚ ਸਿੱਧੂ ਸਾਹਿਬ ਮੈਂ ਇਹ ਗੱਲ ਕਹਾਂ ਕਿ ਸੰਘਰਸ਼ਾਂ ਦੇ ਵਿੱਚ ਉਤਰਾਅ ਚੜਾਅ ਆਉਣੇ ਸੁਭਾਵਿਕ ਨੇ। ਇਹੋ ਜਿਹੇ ਜਦੋਂ ਮੋਰਚੇ ਲੱਗਦੇ ਨੇ ਉਹਨਾਂ 'ਚ ਕਦੇ ਉਤਰਾਅ ਹੁੰਦਾ, ਕਦੇ ਚੜਾਅ ਹੁੰਦਾ, ਪਰ ਅਜੇ ਵੀ ਸਥਿਤੀ ਜਿਹੜੀ ਹੈ ਕਿਸਾਨਾਂ ਦੇ ਹੌਸਲੇ ਅਜੇ ਬੁਲੰਦ ਨੇ। ਅਸੀਂ ਕਹਿ ਸਕਦੇ ਕਿ ਜਿਹੜੇ ਨੇਤਾ ਨੇ, ਵੇਖੋ ਗੱਲ ਜਿਹੜੀ ਉਹਨਾਂ ਨੇਤਾਵਾਂ ਦੇ ਉੱਤੇ ਹੁੰਦੀ ਜਿਹੜੇ ਲੀਡ ਕਰ ਰਹੇ ਨੇ, ਤੇ ਅਜੇ ਲੀਡ ਕਰਨ ਵਾਲੇ ਨੇਤਾਵਾਂ ਦੇ ਹੌਸਲੇ ਜਿਹੜੇ ਨੇ ਅਜੇ ਪਸਤ ਨਹੀਂ ਹੋਏ। ਉਹਨਾਂ ਦੇ ਚਿਹਰੇ ਦੀ ਰਵਾਨਗੀ ਅਜੇ ਉਸੇ ਤਰ੍ਹਾਂ ਹੀ ਹੈ, ਜਿਹੜੀ ਦੂਰ ਜਿਹੜਾ ਅਸੀਂ ਕਹਿੰਦੇ ਨਾ ਦਸਹੱਦੇ ਤੇ ਉਗਦੀ ਜਿਹੜੀ ਰੋਸ਼ਨੀ ਆ ਉਹਨੂੰ ਅਜੇ ਵੀ ਦਿਖਾਈ ਦੇ ਰਹੀ ਆ। ਔਰ ਉਸ ਦਸਹੱਦਿਆਂ ਦੇ ਉੱਤੇ ਜਿਹੜੇ ਸੂਰਜ ਉਗਮਣੇ ਨੇ, ਉਹਨਾਂ ਸੂਰਜਾਂ ਦੇ ਵਿੱਚੋਂ ਇੱਕ ਨਵੀਂ ਰੋਸ਼ਨੀ, ਇੱਕ ਨਵੀਂ ਸਵੇਰ ਹੋਣੀ ਆ। ਤਾਂ ਉਸ ਸਵੇਰ ਤੱਕ ਜਿਹੜੇ ਕਿਸਾਨ ਜਿਹੜੇ ਨੇ ਉਹ ਡਟੇ ਨੇ ਉਸ ਆਸ ਵਿੱਚ, ਤੇ ਉਹ ਲੋਕ ਵੀ, ਉਹਨਾਂ ਦੇ ਨੇਤਾ ਵੀ। ਸੋ ਅਕੇਵਾਂ ਹੋ ਸਕਦਾ, ਥਕੇਵਾਂ ਨਹੀਂ। ਇਸ ਨੂੰ ਥੋੜਾ ਜਿਹਾ ਥੱਕੇ ਨਹੀਂ ਆ, ਅੱਕ ਸਕਦੇ। ਅੱਕਣਾ ਔਰ ਥੱਕਣਾ ਬੜਾ ਡਿਫਰ ਕਰਦਾ ਆ। ਅਸੀਂ ਮੈਂ ਕਹਿ ਸਕਦਾ ਤੁਹਾਡੀ ਗੱਲ ਦੀ ਪ੍ਰੋੜਤਾ ਕਰਕੇ ਕਿ ਚਲੋ ਲੰਮਾ ਸੰਘਰਸ਼ ਚੱਲਿਆ ਤਾਂ ਅੱਕ ਗਏ ਨੇ, ਅਕੇਵਾਂ, ਪਰ ਥਕੇਵਾਂ ਨਹੀਂ। ਅਜੇ ਵੀ ਉਹਨਾਂ ਦੇ ਚਿਹਰੇ ਦੀ ਰਵਾਨਗੀ ਦੱਸਦੀ ਆ। ਔਰ ਉਹ ਸਾਰੇ ਇਸ ਐਪੀਸੋਡ ਦੇ ਵਿੱਚ ਨਵਜੋਤ ਸਿੱਧੂ ਦੀ ਸ਼ਮੂਲੀਅਤ ਇੱਕ ਜਿਹੜਾ ਮੂਕ ਸਮਰਥਨ ਦੇ ਰਿਹਾ, ਇਹ ਅਜੇ ਤੱਕ ਕਿਸੇ ਪਾਰਟੀ ਦੇ ਨੇਤਾ ਨੇ ਨਹੀਂ ਕੀਤਾ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਸੁਖਬੀਰ ਬਾਦਲ ਹੁਣੀ ਖੇਤੀ ਪ੍ਰਧਾਨ ਪਾਰਟੀ ਆਪਣੇ ਆਪ ਨੂੰ ਮੰਨਦੇ ਆ, ਪੰਥ ਪ੍ਰਧਾਨ ਮੰਨਦੇ ਆ, ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ, ਹੋਰ ਕਿਸੇ ਪਾਰਟੀ ਵੱਲੋਂ ਨਹੀਂ ਆਈ। ਔਰ ਦੂਜੀ ਜਿਹੜੀ MSP ਦੀ ਉਹਨੇ ਗੱਲ ਕੀਤੀ ਹੈ ਕਿ ਜੇ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ ਹੁਣੀ ਕਿਸਾਨਾਂ ਦੇ ਮੰਗਾਂ ਦੇ ਪ੍ਰਤੀ ਇੰਨੇ ਗੰਭੀਰ ਨੇ ਤਾਂ ਫਿਰ ਉਹ ਜਿਹੜੀ MSP ਆ ਉਹਦਾ ਐਲਾਨ ਕਰ ਦੇਣ ਜਾਂ ਉਹਦੀ ਇੱਕ ਛੋਟੀ ਦੇ ਦੇਣ। ਇਹ ਤਾਂ ਹੁਣ ਬਾਅਦ ਉਹਨੇ ਦੇਖੋ, ਜਿੱਥੇ ਤੁਸੀਂ ਗੱਲ ਕੀਤੀ ਨਾ
ਕਿ ਉਹਨਾਂ ਨੇ ਇਹ ਵੇਖਣਾ ਕਿ ਮੇਰੇ ਇਸ ਜਿਹੜਾ ਮੈਂ ਕਦਮ ਪੁੱਟਿਆ ਇਹਦੇ ਨਾਲ ਕਿੰਨੇ ਕੁ ਵਿਧਾਇਕ ਚੱਲਦੇ ਨੇ, ਕਿੰਨੇ ਕੁ ਮੰਤਰੀ ਚੱਲਦੇ ਨੇ। ਨਾਲ ਹੀ ਨਾਲ ਉਹਨਾਂ ਨੇ MSP ਦਾ ਮੁੱਦਾ ਉਠਾ ਕੇ ਰਾਜ ਸਰਕਾਰ ਨੂੰ ਇੱਕ ਟਾਇਰੇ ਵਿੱਚ ਖੜਾ ਕਰ ਦਿੱਤਾ ਕਿ ਤੁਸੀਂ ਉਦਾਂ ਤਾਂ ਬੜੀਆਂ ਇਹ ਗੱਲਾਂ ਕਰਦੇ ਸੀ ਕਿ ਅਸੀਂ ਕਿਸਾਨਾਂ ਤੈਸ਼ੀ ਹਾਂ, ਕਿਸਾਨਾਂ ਦੇ ਨਾਲ ਖੜੇ ਹਾਂ, ਤੇ ਜੇ ਵਾਕਈ ਖੜੇ ਜੇ ਤੇ ਆਓ ਇਸ ਮੁੱਦੇ ਦੀ ਵੀ ਗੱਲ ਕਰੋ। ਇਹਦੇ ਨਾਲ ਕਾਲੇ ਝੰਡੇ ਦੀ ਗੱਲ ਕਰਕੇ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਦੋ ਮੁੱਦਿਆਂ ਦੇ ਫਿਰ ਫਸਾ ਦਿੱਤਾ। ਇੱਕ ਮੁੱਦਾ ਤਾਂ ਅੱਗੇ ਚੱਲਦਾ ਹੀ ਪਿਆ, ਜਿਹੜਾ ਮੁੱਦਾ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਪਿੱਛੇ ਪਹੁੰਚਾਉਣਾ, ਤੇ ਉਹਦੇ ਨਾਲ ਹੀ ਨਾਲ ਬਾਦਲਾਂ ਦੀ ਉਹਦਾ ਅੰਡ ਗੰਢ ਦਾ ਮੁੱਦਾ ਤੇ ਚੱਲਦਾ ਹੀ ਪਿਆ। ਪਰ ਨਾਲ ਹੀ MSP ਦੇ ਇੱਕ ਨਵੇਂ ਮੁੱਦੇ ਨੂੰ ਕ੍ਰੀਏਟ ਕਰਕੇ ਉਹਨਾਂ ਲੋਕਾਂ ਨੂੰ ਵੀ ਉਹਨਾਂ ਕਰਤਾ ਕਿ ਹਾਂ ਵੀ ਚਲੋ ਇਸ ਪਾਸੇ ਆਓ। ਸੋ ਉਹਨਾਂ ਦੀ ਜਿਹੜੀ ਨਵਜੋਤ ਸਿੱਧੂ ਦਾ ਇਹ ਜਿਹੜਾ ਕਦਮ ਹੈ, ਇਹ ਜਿਹੜੀ ਕਾਰਵਾਈ ਆ, ਤੁਸੀਂ ਇਹਨੂੰ ਕੇਵਲ ਔਰ ਕੇਵਲ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਵੇਖਣ ਦੇ ਨਾਲ ਨਾਲ ਤੁਸੀਂ ਉਸ ਸੰਦਰਭ 'ਚ ਵੇਖੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਉਹਨੇ ਇੱਕ ਹੋਰ ਮੁਸ਼ਕਲ ਜਿਹੜੀ ਆ ਉਹ ਖੜੀ ਕਰਨ ਦਾ ਯਤਨ ਕੀਤਾ ਆ ਕਿ ਹਾਂ ਭਾਈ ਕਿ ਦੱਸ ਪਈ ਤੂੰ ਇਸ ਮੁੱਦੇ ਤੇ ਆਣ ਕੇ ਆਪਣੇ ਨੂੰ ਸਟੈਂਡ ਨੂੰ ਜਿਹੜਾ ਸਪਸ਼ਟ ਕਰ। ਤੇ ਬਾਕੀ ਸਿੱਧੂ ਸਾਹਿਬ ਇਹ ਮੇਲਾ ਤਾਂ ਫਿਰ ਹੈ ਹੀ ਆ, ਤੇ ਨਾ ਹੀ ਉਹ ਮੇਲੇ ਨੂੰ ਨਰਿੰਦਰ ਮੋਦੀ ਵੇਖਦਾ ਪਿਆ, ਤੇ ਨਾ ਹੀ ਮੋਤੀ ਮਹਿਲ ਵਾਲੇ ਸਰਦਾਰ ਵੇਖਦੇ ਪਏ ਆ। ਵੇਖਣਾ ਤਾਂ ਪਊਗਾ, ਵੇਖਣਗੇ ਇਹੋ ਹੀ ਲੋਕ ਜਿਹੜੇ ਇਸ ਧਰਤ ਨਾਲ ਜੁੜੇ ਨੇ, ਜਿਸ ਤਰ੍ਹਾਂ ਉਹ ਮਤਲਬ ਉਸ ਨਜ਼ਮ 'ਚ ਕਹਿੰਦਾ ਇਸ ਵਿੱਚ ਤਰਕ ਸ਼ਾਮਲ, ਆਸ਼ਕ ਬੜੀ ਉਹ ਕਰਤਾ ਦੀ ਜਿਹੜੀ ਗੱਲ ਆ, ਤਾਂ ਰਾਜਿਆਂ ਨੇ ਨਹੀਂ ਵੇਖਣਾ ਹੁੰਦਾ ਗੱਲ, ਤੇ ਲੋਕਾਂ ਦੀ ਧਰਤ ਦੇ ਜਾਂ ਨਾਇਕਾਂ ਨੇ ਵੇਖਣੀ ਹੁੰਦੀ ਹੈ। ਜੀ ਸਿੱਧੂ ਸਾਹਿਬ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਤੇ ਸਾਡੇ ਨਾਲ ਗੰਭੀਰ ਰੂਪ ਦੇ ਵਿੱਚ ਚਰਚਾ ਕੀਤੀ ਗਈ ਹੈ, ਵਿਚਾਰ ਚਰਚਾ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਉਹਨਾਂ ਦੇ ਜਿਹੜੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।